ਸਤਿ ਸ੍ਰੀ ਅਕਾਲ। आओ ਅੱਜ ਦਾ ਐਪੀਸੋਡ ਵੀ ਬਹੁਤ ਅੱਛੀ ਕੜੀ ਹੈ, ਇੱਕ ਨਾਲ ਦੂਸਰੀ ਜੁੜੀ ਹੋਈ ਹੈ। ਜਿਸ ਤਰ੍ਹਾਂ ਕਿਹਾ ਗਿਆ, ਜੋਤ ਸੇ ਜੋਤ ਜਗਾਤੇ ਚਲੇ। ਇਸ ਤਰ੍ਹਾਂ ਹੀ ਜਦੋਂ ਵह ਬੰਦਾ ਖੁਸ਼ ਰਹਿੰਦਾ ਹੈ, ਉਹ ਖੁਸ਼ੀ ਪ੍ਰਗਟ ਕਰਦਾ ਹੈ ਤਾਂ ਸਾਹਮਣੇ ਵਾਲਾ ਬੰਦਾ ਵੀ ਮੁਸਕਰਾ ਦਿੰਦਾ ਹੈ। ਅੱਜ ਸਮਾਜਿਕ ਸਵਾਸਥ ਦੇ ਉੱਤੇ ਗੱਲ ਚੱਲ ਰਹੀ ਸੀ ਕਿ ਸਾਡਾ ਸਮਾਜ ਜਿਹੜਾ ਹੈ ਉਹ ਸਸ਼ਕਤ ਹੋਣਾ ਚਾਹੀਦਾ ਹੈ। ਸਸ਼ਕਤ ਮਾਨਾ ਸ਼ਕਤੀਵਾਨ, ਔਰ ਸਮਾਜ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ, ਵਾਤਾਵਰਣ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ। ਔਰ ਵਾਤਾਵਰਣ ਦੇ ਵਿੱਚ ਖੁਸ਼ੀ ਤਾਂ ਹੀ ਹੋ ਸਕਦੀ ਹੈ ਜਦੋਂ ਇਹ ਮੇਰੇ ਤੋਂ ਸ਼ੁਰੂ ਹੋਵੇ, ਮੇਰੇ ਪਰਿਵਾਰ ਤੋਂ। ਤਾਂ ਅੱਜ ਦਾ ਜਿਹੜਾ ਹੈ ਐਪੀਸੋਡ ਹੈ, ਇੱਕ ਛੋਟੀ ਜਿਹੀ ਕਹਾਣੀ ਨਾਲ ਸ਼ੁਰੂ ਕਰਦੇ ਹਾਂ। ਰਾਜਾ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਮੇਰੀ ਪ੍ਰਜਾ ਈਮਾਨਦਾਰ ਹੈ, ਉਸ ਦਾ ਪ੍ਰੂਫ ਕੀ ਹੈ, ਉਹਦਾ ਸਬੂਤ ਕੀ ਹੈ? ਉਹਨੇ ਕਿਹਾ ਕੱਲ ਸਵੇਰੇ ਮਿਲ ਜਾਏ। ਇੱਕ ਤਲਾਬ ਬਣਾਇਆ ਗਿਆ, ਉਸ ਦੇ ਅੰਦਰ ਕੀ ਕੀਤਾ, ਰਾਤ ਨੂੰ ਢੰਡੋਰਾ ਪਟਾਇਆ ਗਿਆ ਕਿ ਨਵਾਂ ਤਲਾਬ ਬਣਿਆ ਹੈ, ਉਸ ਦੇ ਅੰਦਰ ਇੱਕ ਗਿਲਾਸ ਖਾਲਿਸ ਦੁੱਧ ਦਾ ਪਾਇਆ ਜਾਏ। ਹਰੇਕ ਘਰ ਦੇ ਮੈਂਬਰ ਨੂੰ ਸੂਚਨਾ ਮਿਲੀ। ਜਦੋਂ ਸਵੇਰੇ ਜਾ ਕੇ ਦੇਖਿਆ, ਇੱਕ ਬੰਦੇ ਨੇ ਇਹ ਸੋਚਿਆ ਕਿ ਸਾਰਾ ਪਿੰਡ ਤੇ ਇਹ ਪਾਏਗਾ ਹੀ, ਔਰ ਮੇਰੇ ਇੱਕ ਗਿਲਾਸ ਨਾਲ ਕੀ ਫਰਕ ਪੈਂਦਾ, ਮੈਂ ਪਾਣੀ ਦਾ ਪਾ ਦਿੰਦਾ। ਉਹ ਵਾਈਬ੍ਰੇਸ਼ਨ ਉਸ ਦੀ ਕ੍ਰਿਆ ਦੂਸਰੇ ਪਾਸ ਪਹੁੰਚੀ, ਤੀਸਰੇ ਪਾਸ ਪਹੁੰਚੀ। ਇਸ ਤਰ੍ਹਾਂ ਹੀ ਜਦੋਂ ਸਵੇਰੇ ਰਾਜਾ ਜੀ ਨੂੰ ਕਿਹਾ ਕਿ ਆਓ ਤੁਹਾਡੀ ਪ੍ਰਜਾ ਦਾ ਪਤਾ ਲੱਗੇ ਕਿੰਨੀ ਇਮਾਨਦਾਰ ਹੈ, ਤਾਂ ਦੁੱਧ ਦੀ ਜਗ੍ਹਾ ਦੇ ਉੱਤੇ ਪਾਣੀ ਦੇਖਿਆ। ਕਹਿਣ ਦਾ ਭਾਵ ਇਹ ਹੈ, ਖੁਸ਼ੀ ਇੱਕ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ। ਹਰ ਮਨੁੱਖ ਆਤਮਾ ਅਗਰ ਖੁਸ਼ੀ ਵਿੱਚ ਹੈ, ਉਹ ਸੰਤੁਸ਼ਟ ਹੈ, ਤਾਂ ਇਹ ਖੁਸ਼ੀ ਦੀ ਵਾਈਬ੍ਰੇਸ਼ਨ ਦੂਸਰਿਆਂ ਨੂੰ ਵੀ ਖੁਸ਼ ਕਰ ਦਿੰਦੀ ਹੈ। ਆਪਾਂ ਇਹ ਦੇਖੀਏ ਕਿ ਭਾਰਤ ਵਰਸ਼ ਦੇ ਵਿੱਚ ਵੱਡੇ ਵੱਡੇ ਤਿਉਹਾਰ ਵੀ ਆਉਂਦੇ ਹਨ। ਕਿਸੇ ਜਗ੍ਹਾ ਦੇ ਉੱਤੇ ਜਗਰਾਤਾ, ਕਿਸੇ ਜਗ੍ਹਾ ਦੇ ਉੱਤੇ ਅਖੰਡ ਪਾਠ। ਪਰ ਜਿਸ ਟਾਈਮ ਉਹ 2-3 ਦਿਨ ਰਾਮਾਇਣ ਕਥਾ ਉਹਦਾ ਭੋਗ ਪੈਂਦਾ ਹੈ, ਤਾਂ ਕਿੰਨੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ, ਭੰਡਾਰੇ ਲਾਏ ਜਾਂਦੇ ਹਨ। ਪਰ ਉਹ 3 ਦਿਨ ਵਿੱਚ ਉਹ ਖੁਸ਼ੀਆਂ ਹੌਲੀ ਹੌਲੀ ਗਾਇਬ ਹੋ ਜਾਂਦੀਆਂ। ਆਪਾਂ ਸਿਰਫ ਜਿਹੜੇ ਉਤਸਵ ਮਨਾਉਂਦੇ ਹਾਂ ਜਾਂ ਤਿਉਹਾਰ ਮਨਾਉਂਦੇ ਹਾਂ, ਉਹ ਇਸ ਵਾਸਤੇ ਮਨਾਉਂਦੇ ਹਾਂ, ਯਾਦਗਾਰਾਂ ਮਨਾਉਂਦੇ ਹਾਂ, ਗੁਰੂਆਂ ਦੀ ਯਾਦਗਾਰਾਂ ਮਨਾਉਂਦੇ ਹਾਂ, ਉਹਨਾਂ ਵਿੱਚ ਆਪਣੀ ਖੁਸ਼ੀ ਨੂੰ ਬਰਕਰਾਰ ਰੱਖਣ ਵਾਸਤੇ, ਉਹਨਾਂ ਦੇ ਪੈਰੋਕਾਰ ਬਣਨ ਵਾਸਤੇ, ਉਹਨਾਂ ਦੇ ਕਦਮਾਂ ਉੱਤੇ ਚੱਲਣ ਵਾਸਤੇ, ਉਹਨਾਂ ਦੀਆਂ ਦਿੱਤੀਆਂ ਹੋਈਆਂ ਪ੍ਰੇਰਣਾ ਉੱਤੇ ਚੱਲਣ ਵਾਸਤੇ। ਪਰ ਅੱਜ ਇਹ ਦੇਖਿਆ ਜਾ ਰਿਹਾ ਹੈ, ਇਹ ਕਿੱਥੋਂ ਸ਼ੁਰੂ ਹੋਇਆ ਕਿ ਜਿਸ ਦੇ ਅੰਦਰ ਉਹਨਾਂ ਕਦਮਾਂ ਨੂੰ ਛੱਡ ਕਰਕੇ ਔਰ ਕਦਮ ਜਿਹੜਾ ਹੈ ਉਹ ਨੈਗੇਟਿਵ ਵੱਲ ਵੱਧ ਗਈ, ਔਰ ਵਾਤਾਵਰਣ ਜਿਹੜਾ ਸੀਗਾ ਉਹ ਹੌਲੀ ਹੌਲੀ ਜੂਨ ਦੀ ਚਹਲ ਨਾਲ ਉਹ ਦੂਸ਼ਿਤ ਹੋਣਾ ਸ਼ੁਰੂ ਹੋ ਗਿਆ। ਪਰ ਸ਼ੁਰੂ ਤਾਂ ਆਪਾਂ ਸਾਰਿਆਂ ਤੋਂ ਹੀ ਹੋਇਆ। ਆਪ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਜੇ ਮੈਂ ਕਹਾਂ ਕਿ ਇਸ ਦਾ ਦੋਸ਼ ਸਾਰੇ ਸਮਾਜ ਦੇ ਉੱਤੇ ਹੈ, ਨਹੀਂ, ਮੈਂ ਵੀ ਇਸ ਦੇ ਵਿੱਚ ਹੀ ਇਨਕਲੂਡ ਹਾਂ, ਮੈਂ ਵੀ ਇਸ ਦੇ ਅੰਦਰ ਹੀ, ਕਿਉਂਕਿ ਇਹ ਕਾਲ ਚੱਕਰ ਦੇ ਵਿੱਚ ਚੱਲਦੇ ਹੋਏ, ਇਹ ਅੰਤਿਮ ਸਮੇਂ ਨੇ ਆਉਣਾ ਹੀ ਹੈ।
ਔਰ ਸਾਰਿਆਂ ਨੇ ਦੁਖੀ ਹੋਣਾ ਹੀ ਹੈ। ਅੱਜ ਦੁੱਖ ਦੀ ਘਟਨਾ ਦੇ ਬੱਦਲ ਸਾਰੀ ਦੁਨੀਆ ਵਿੱਚ ਛਾ ਰਹੇ। ਛੋਟੀ ਜਿਹੀ ਉਮਰ 50, 60, 70 ਵਰਸ਼ ਦੀ जो अविनाशी चेतना आत्मा कॉन्शियस है और ओह ये चोला परिवर्तन करके फिर भी दुखों विच आ रही। ਜਦੋਂ ਉਹਨਾਂ ਨੇ ਪਹਿਲਾ ਚੋਲਾ ਹਾਸਲ ਕੀਤਾ, ਜਾਣੀ ਪਹਿਲਾ ਸਰੀਰ ਮਿਲਿਆ, ਅਸੀਂ ਕਿਸੇ ਆਪਣੇ ਘਰੋਂ ਆਏ, ਕਰ ਮਾਨਾ ਬ੍ਰਹਮਲੋਕ ਤੋਂ ਆਤਮਾ ਉਤਰੀ, ਕਿਉਂਕਿ ਆਪਣਾ ਘਰ ਇਹ ਨਹੀਂ ਹੈ, ਇਹ ਰਹਿਣ ਵਸੇਰਾ ਹੈ, ਇਹ ਇੱਕ ਨਾਟਕ ਹੈ, ਡਰਾਮਾ ਹੈ, ਭਾਵੀ ਹੈ, ਬਣੀ ਬਣਾਈ ਬਣ ਰਹੀ, ਉਹ ਰੈਪੀਟੇਸ਼ਨ ਹੁੰਦੀ ਰਹਿੰਦੀ ਹੈ। ਹੁਣ ਆਪਾਂ ਇਸ ਤਰ੍ਹਾਂ ਦੀ ਸਟੇਜ ਦੇ ਉੱਤੇ ਆ ਕੇ ਪਹੁੰਚੇ, ਔਰ ਜਿੱਥੇ ਸਾਨੂੰ ਵਰਦਾਨ ਲੈਣ ਦੀ ਜ਼ਰੂਰਤ ਹੈ, ਉਸ ਟਾਈਮ ਦੇ ਉੱਤੇ ਪਰਮ ਪੁਰਖ ਪਰਮਾਤਮਾ ਆ ਕਰਕੇ ਆਪਣੇ ਬੱਚਿਆਂ ਨੂੰ ਸੱਚਾ ਨੌਲੇਜ ਦਿੰਦਾ ਹੈ, ਰੀਅਲ ਨੌਲੇਜ ਦਿੰਦਾ ਹੈ। ਰੀਅਲਟੀ ਨੂੰ ਜਾਣਨ ਦੀ ਸਾਨੂੰ ਜ਼ਰੂਰਤ ਹੈ। ਅੱਜ ਅਸੀਂ ਐਜੂਕੇਸ਼ਨ ਦੀ ਵੀ ਗੱਲ ਕਰਾਂਗੇ ਕਿ ਜੋ ਸਿੱਖਿਆ ਹੈ, ਐਜੂਕੇਸ਼ਨ ਹੈ, ਉਹਨੂੰ ਅਸੀਂ ਕਹਿੰਦੇ ਹਾਂ ਵੀ ਸਾਨੂੰ ਰੀਅਲ ਇਨਫੋਰਮੇਸ਼ਨ has been lost in giving information। ਜਿਹੜੀ ਸੱਚੀ ਰਿयलिटी ਸਚਾਈ ਔਰ ਸਫਾਈ ਸੀ, ਔਰ ਉਹ ਅੱਜ ਬਦਲ ਕੇ ਨਵੀਆਂ ਸੂਚਨਾ ਦੇ ਵਿੱਚ ਆ ਗਈ। ਹੁਣ ਜਿਹੜੀ ਸੂਚਨਾ ਮਿਲ ਰਹੀ ਹੈ, ਜਿਹੜੀ ਹਿਸਟਰੀ ਔਰ ਜਿਓਗ੍ਰਾਫੀ ਹੈ, ਉਹ ਵੀ ਅਧੂਰੀ ਹੋ ਗਈ। और असी देख रहे हैं, और information has been lost while giving wrong information। ਹੁਣ ਜਿਹੜੀ ਸੂਚਨਾ ਮਿਲ ਰਹੀ ਹੈ, ਔਰ ਉਹ ਸੂਚਨਾ ਵੀ ਗਲਤ ਮਿਲ ਰਹੀ ਹੈ, ਆਪਾਂ ਵਿਸ਼ਵਾਸ ਕਰ ਲੈਂਦੇ ਹਾਂ ਹਰ ਇੱਕ ਦੇ ਉੱਤੇ, ਪਰ ਆਪਾਂ ਨੂੰ ਸ਼ਾਂਤੀ ਫਿਰ ਵੀ ਨਹੀਂ ਮਿਲਦੀ। ਆਪਾਂ ਅਨੇਕ ਜਗ੍ਹਾ ਤੇ ਭਟਕਦੇ ਹਾਂ। ਅੱਜ ਇੱਕ ਮੰਦਿਰ ਗਏ, ਕੱਲ ਵੱਡੇ ਸਥਾਨ ਦੇ ਉੱਤੇ ਪਹੁੰਚੇ, ਅਮਰਨਾਥ ਗਏ, केदारनाथ पहुंचे। तो किया गया है कि चारों तरफ लगाए फेरे फिर भी हरदम दूर रहे। ਜਿਹੜੀ ਰਿयलिटी ਸੀ ਸੱਚ ਦਾ, ਨਾ ਤਾਂ ਮੈਂ ਆਪਣੇ ਆਪ ਨੂੰ ਸਮਝ ਸਕਿਆ, ਨਾ ਮੈਂ ਆਪਣੇ ਪਿਤਾ ਨੂੰ ਸਮਝ ਸਕਿਆ, ਕਿਉਂਕਿ ਮੈਂ ਸਰੀਰ ਤਾਂ ਸਮਝ ਲਿਆ, ਮੇਰਾ ਨਾਮ ਰੂਪ ਮਾਤਾ ਪਿਤਾ ਨੇ ਰੱਖਿਆ, ਮੈਨੂੰ ਸਿੱਖਿਆ ਜਿਹੜੀ ਮਿਲੀ ਉਹ ਮੇਰੇ ਪਰਿਵਾਰ ਤੋਂ ਮਿਲੀ, ਮਾਤਾ ਪਿਤਾ ਤੋਂ ਮਿਲੀ, ਵੱਡਾ ਹੋਇਆ ਐਜੂਕੇਸ਼ਨ ਮਿਲੀ, ਸਕੂਲ ਕਾਲਜ ਤੋਂ ਮਿਲੀ, ਚਲੋ ਵੱਡੀ ਡਿਗਰੀ ਵੀ ਪ੍ਰਾਪਤ ਕਰ ਲਈ, ਪਰ ਅਸਲੀਅਤ ਨੂੰ ਫਿਰ ਵੀ ਨਹੀਂ ਸਮਝੀ। ਜਿਹੜੀ ਮਨਸ਼ਾ ਹੈ ਉਸ ਦੇ ਵਿੱਚ ਪਰਮਾਰਥ ਦੀ ਭਾਵਨਾ ਬਹੁਤ ਘੱਟ ਗਈ। ਸੋਚਿਆ ਸੀ ਕਿ ਜੇ ਮੈਂ ਡਾਕਟਰ ਬਣ ਜਾਵਾਂਗਾ ਤਾਂ ਮੈਂ ਦੁਖੀਆਂ ਦਾ ਦੁੱਖ ਨਿਵਾਰਨ ਕਰਾਂਗਾ ਔਰ ਸਮਾਜ ਦੀ ਸੇਵਾ ਕਰਾਂਗਾ। ਪਰ ਉਹ ਹੌਲੀ ਹੌਲੀ ਜਦੋਂ ਮੈਂ ਉਹ ਡਿਗਰੀ ਹਾਸਲ ਕਰ ਲਈ, ਸਭ ਕੁਝ ਮਿਲ ਗਿਆ, ਕੋਈ ਵਕੀਲ ਬਣ ਗਿਆ, ਕੋਈ ਜੱਜ ਬਣ ਗਿਆ, ਵੱਡੀਆਂ ਵੱਡੀਆਂ ਡਿਗਰੀਆਂ ਤਾਂ ਮਿਲੀਆਂ, IAS ਬਣ ਗਿਆ, PCS ਬਣ ਗਿਆ, ਪਰ ਫਿਰ ਵੀ ਅੱਜ ਆਪਣੇ ਹੱਥ ਚੋਂ ਕੰਟਰੋਲ ਜਾ ਰਿਹਾ ਹੈ। ਅਧਿਕਾਰੀਆਂ ਦੇ ਹੱਥ ਵਿੱਚ ਅਧਿਕਾਰ ਨਹੀਂ ਰਿਹਾ, ਸਾਰੀਆਂ ਸੱਤਾ ਕਮਜ਼ੋਰ ਹੋਣ ਲੱਗੀਆਂ
और जो धर्मार्थी थे धर्म सत्ता भी कमजोर होने लगी। और इसका असर की होया पूरे वातावरण के अंदर, वातावरण दूषित होंदा गया। वो वातावरण का असर मेरी आत्मा के उपर भी होना शुरू। पहला असर किस दे उत्ते? पहला असर साडी बुद्धि के उत्ते होया, जिन्हों कहा जाता सीगा सदबुद्धि। अज भी आप कहने परमात्मा सानू सदबुद्धि दे, सानू श्री मत दे। साडी मत अल्प मत, मैं अवगुण हारे कोई गुण नहीं। मैनू मेरे गुणां दी वास्तविकता का अनुभव हो। जदों सानू इस चीज का अनुभव होता है कि मैं शरीर तो न्यारी एक शक्ति हूं, तो अपने आप को उस रूप दे विच टिकण की जरूरत है। मैं अखां द्वारा देख रहा हूं, कन्ना द्वारा सुन रहा हूं और हत्थां द्वारा कर्म कर रहा, मुख द्वारा बोल रहा। हुण मैं ये देखना है कि मेरा मनसा मन और मुख, मन मेरे वचन और मैं जुड़ा हत्थां नाल कर्म कर रहा, इसका असर की होएगा? जे मैं सच्चाई दे उत्ते होवां, मेरी आत्मा दे अंदर शक्ति होवे कि अज मैं किसी तो नुकसान करके, झूठ बोल करके मैं किसी तो कोई चीज भी ले लेंदा हां और उस नूं मैं अपना फायदा समझते हुए, स्वार्थवश हुंदे हुए उस नूं मुकर जांदा, तो उहदा असर मेरे ते की होएगा? कहंदे है मन वचन ते कर्म तिन्ना चीजां दा असर बंदे दे मन दे उत्ते तां हुंदा ही है, पर एवरी संकल्प, एवरी थॉट, हर एक विचार रिकॉर्ड हो जाता है और वो रिकॉर्ड हो करके साडी मैमोरी पावर चला जाता, उस दे नाल साडी विरती बनती है। जे साडी विरती टोटल नैगेटिव बन जाए, इन्नी नैगेटिव शक्ति आ जाए, तो साडे जिहड़े विचार है वो नैगेटिव ही पॉजिटिव नूं भी और अच्छे विचारां नूं भी नैगेटिव च बदल देणगे। क्यों? क्योंकि मेरे जिहड़ी विरती है, जिहड़ा मेरा एटीट्यूड है, जिहड़ा मेरा संस्कार है, वो किसी चीज़ नूं देखण वास्ते वो पॉजिटिव देखदा ही नहीं है। तो इस वास्ते ये तिन्ना चीज़ां उत्ते अटेंशन रखिए, तां असीं अटेंशन दे उत्ते एक एक संकल्प नाल साडे विचार शुद्ध हो जाते हैं ते विरती भी शक्तिशाली हो जाती है। ये विचार दिंदा होया मैं इस दे उत्ते विराम दिंदा हाँ। मेरा विचार है कि जरूर कोई ना कोई मेरिया इन्हां गल्लां ते ध्यान देवोगे ते जे अच्छियां लगण तां तुसीं इस नूं सबसक्राइब भी करोगे, जे कमज़ोर लगण तां मैनूं कमेंट भी दोगे ताकि मैं अपने वाणी नूं परिवर्तन कर सकां। सत श्री अकाल।